नहमदुहु व नुसल्ली अला रसूलिहिल करीम अम्मा बादहु फ़ाऊज़ बिल्लाहि मिनश शैतानिर रजीम बिस्मिल्लाहिर रहमानिर रहीम। उम्मीद करना मेरे सारे भरा जिहड़े ने खैरोफियत नाल होणगे। अच्छा यार, गल ये वे कि मसरूफियत की वजह नाल ना टाइम नहीं दे सकिया। दूसरा पार्ट जिहड़ा थोड़ा लेट हो गया, माजरत करना, क्योंकि मैं समझ सकना इस गल नूं। इंतज़ार जिहड़ा हुंदा ना वो सब तो बुरी चीज़ हुंदी है। लेकिन जवाहरी की कदर जिहड़ा ना, अपना हीरे की कदर जिहड़ा जवाहरी जानदा। ਜਿਹੜੇ ਮੇਰੇ ਭਰਾ ਹੀਰਾ ਕੁਸ਼ਤਾ ਕਰਨ ਪਿੱਛੇ ਪਏ ਨੇ ਜਾਂ ਕੁਸ਼ਤਾ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੇ ਕੋਲ ਕੋਈ ਕੁਸ਼ਤੇ ਦੀ ਅਕਸੀਰ ਬਣਾਉਣ ਦਾ ਕਾਇਦਾ ਕੁਲੀਆ ਤੇ ਹੀਰਾ ਕੁਸ਼ਤਾ ਨਹੀਂ ਹੁੰਦਾ, ਤੇ ਉਹਨਾਂ ਵਾਸਤੇ ਚਲੋ ਅਲਬત્ਤਾ ਅਗਰ ਇਸ ਰਸਤੇ ਲੰਘ ਜਾਓਗੇ ਤਾਂ ਇਨਸ਼ਾਅੱਲਾ ਹੀਰਾ ਜਿਹੜਾ ਨਾ ਉਹ ਦੂਸਰੀਆਂ ਤੀਸਰੀਆਂ ਚੀਜ਼ਾਂ ਤੇ ਇੱਕ ਸਾਈਡ ਤੇ ਕਰ ਦਿਓ। ਤੁਸੀਂ ਕਲਮੀ ਸ਼ੋਰਾ ਲੈ ਲਿਓ ਆਮ ਬਾਜ਼ਾਰੋਂ ਪਿਘਲਣ ਵਾਲਾ, ਤੇ ਇਹ ਜਿਹੜਾ ਹੀਰੇ ਦਾ ਮੈਟਲ ਹੋਏਗਾ ਦਾਣਿਆਂ ਦੀ ਸ਼ਕਲ ਵਿੱਚ ਨਿਕਲਿਆ। ਇਹਦੇ ਵਿੱਚੋਂ 2-4 ਦਾਣੇ ਚੁੱਕ ਕੇ ਨਾ ਉਹ ਤੁਸੀਂ ਸ਼ੋਰਾ ਪਿਘਲਾ ਕੇ ਤੇ ਵਿੱਚ ਸੁੱਟ ਤੇ ਉੱਤੇ ਬਹਿ ਕੇ ਵੇਖਣ ਲੱਗ ਪਏ, ਤੁਹਾਡੀਆਂ ਅੱਖਾਂ ਦੇ ਸਾਹਮਣੇ ਫੁੱਲ ਕੇ ਕੁਸ਼ਤਾ ਹੋਏ। ਬਾਕੀ ਇਹਨੂੰ ਅਗਰ ਕਿੱਕਰਾਂ ਦੇ ਲੌਂਗ ਵਿੱਚ ਰੱਖ ਕੇ ਦੇ ਦਿਓਗੇ, ਜਾਮਨ ਦੇ ਪੱਤਿਆਂ ਵਿੱਚ ਰੱਖ ਕੇ ਇਹਨੂੰ ਰੱਖ ਦਿਓਗੇ, ਅੱਗ ਦੇ ਦਿਓਗੇ, ਇਨਸ਼ਾਅੱਲਾ ਕੁਸ਼ਤਾ ਨਿਕਲੇ। ਇਸ ਤੋਂ ਉੱਤੇ ਤਾਂ ਗੱਲ ਕੋਈ ਨਹੀਂ ਹੁੰਦੀ। ਲੇਕਿਨ ਇਹ ਵੀ ਕਿ ਅਕਸੀਰੀ ਮਾਲ ਵਾਸਤੇ ਇਹਨੂੰ ਅਗਰ ਤੇ ਤਿਆਰ ਕਰਨਾ ਹੋਏ ਤੇ ਫਿਰ ਉਹਦੇ ਵਾਸਤੇ ਜਿਹੜੀਆਂ ਅਕਸੀਰੀ ਚੀਜ਼ਾਂ ਹੈਗੀਆਂ ਨੇ, ਮਸਲਨ ਪਾਰੇ ਨੂੰ ਖੁਸ਼ਕ ਕਰਨ ਵਾਲੀਆਂ, ਉਹਨਾਂ ਦੀ ਪੋਠੇ ਨੂੰ ਦਿੱਤੀ ਜਾਂਦੀ ਹੈ। ਹੀਰੇ ਦਾ ਮਤਲਬ ਹੁੰਦਾ ਕਿ ਇਹਨੂੰ ਤੁਹਾਂ ਆਪ ਪਾਵਰਫੁਲ ਬਣਾਉਣਾ ਹੁੰਦਾ। ਮਸਲਨ ਕਿ ਇਹਦੇ ਅੰਦਰ ਕਿਸੇ ਵੀ ਚੀਜ਼ ਦੀ ਤਸੀਰ ਨੂੰ ਆਪਣੇ ਅੰਦਰ ਜਜ਼ਬ ਕਰਨ ਦੇ ਨਾ ਉਤਮ ਪਾਇਆ ਜਾਂਦਾ। ਉਤਮ ਆਖਦੇ ਨੇ ਅਖੀਰ ਨੂੰ। ਜਿਸ ਕਦਰ ਇਹਦੇ ਉੱਤੇ ਮਿਹਨਤ ਕਰੋਗੇ ਉਸ ਕਦਰ ਹੀਰੇ ਦਾ ਕੁਸ਼ਤਾ ਜਿਹੜਾ ਉਹ ਕੋਈ ਵੀ ਬਣਦਾ ਜਾਏ। ਅਗਲਾ ਜਿਹੜਾ ਲਾਹੇ ਅਮਲ ਹੈ, ਮਸਲਨ ਤੁਹਾਂ ਪਾਰਾ ਨੂੰ ਬਿਠਾਉਣ ਵਾਸਤੇ ਇਹਦਾ ਅਗਰ ਕੁਸ਼ਤਾ ਕਰਨਾ, ਸਿੰਬਲ ਫਾਰ ਲੈ ਲਓ, ਰਸਕਪੂਰ ਲੈ ਲਓ, ਦਾਰ ਚਿਕਨਾ ਲੈ ਲਓ, ਅੱਕ ਦੇ ਦੁੱਧ ਦੇ ਅੰਦਰ ਖਰਲ ਕਰਕੇ ਇਹਨਾਂ ਦੀ ਲੇਟੀ ਬਣਾ ਕੇ ਤੇ ਇਹਦੇ ਵਿੱਚ ਇਹਨੂੰ ਅੱਧਾ ਕਿਲੋ ਦੀਆਂ ਅੱਗਾਂ ਜਿਹੜੀਆਂ ਨੇ ਉਹ ਦੇਣੀਆਂ ਸ਼ੁਰੂ ਕਰ ਦਿਓ। ਕੁਸ਼ਤਾ ਤਾਂ ਪਹਿਲੀ ਅੱਗ ਵਿੱਚ ਹੀ ਹੋ ਜਾਏਗਾ, ਲੇਕਿਨ ਜਿਸ ਕਦਰ ਤੁਸੀਂ ਪ੍ਰੋਸੈਸ ਜਿਹੜਾ ਉਹ ਤਵੀਲ ਕਰਦੇ ਜਾਓਗੇ ਤੇ ਮਜ਼ੀਦ ਖੂਬੀ ਹੁੰਦਾ ਜਾਏ। ਯਾਨੀ ਚਾਵਲ ਤੋਂ ਰੱਤੀ ਤੋਂ ਚਾਵਲ ਤੋਂ ਅੱਧਾ ਚਾਵਲ ਤੋਂ ਖਾਸ਼, ਇਸ ਤਰ੍ਹਾਂ ਕਰਕੇ ਕੰਮ ਕਰਨਾ ਸ਼ੁਰੂ ਕਰ ਲਿਆ ਤੇ ਉਹ ਬੰਦੇ ਦੇ ਬਣਾਉਣ ਤੇ ਮਨਸਰ ਹੈਗਾ। ਯਾਨੀ ਪਹਿਲਾ ਸਟੈਪ ਤੁਹਾਂ ਅਬੂਰ ਕਰ ਲਿਆ। ਤੁਹਾਨੂੰ ਪਤਾ ਸਾਡਾ ਹੀਰਾ ਜਿਹੜਾ ਹੁਣ ਪਿਘਲਾ ਦੇ ਤੇ ਕਾਰਨ, ਜਿੰਨੀ ਦੇਰ ਤੱਕ ਕੋਈ ਚੀਜ਼ ਕਿਸੇ ਚੀਜ਼ ਦੇ ਅੰਦਰ ਪਿਘਲ ਕੇ ਦਾਖਲ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਕੀਮਿਆਈ ਅਮਲ ਜਿਹੜਾ ਉਹਨੂੰ ਤਬਦੀਲ ਕਰਨ ਦੀ ਸਲਾਹੀਅਤ ਉਹਦੇ ਅੰਦਰ ਮੌਜੂਦ ਨਹੀਂ ਹੁੰਦੀ। ਜਦ ਕਿ ਹੀਰਾ ਕੁਸ਼ਤਾ ਹੋ ਵੀ ਜਾਏ ਤੇ ਆਂਦੇ ਨੇ ਜੀ ਹੀਰਾ ਕੁਸ਼ਤਾ ਹੋਇਆ, ਲੇਕਿਨ ਸੰਡੇ ਇਸ ਕਾਰਨ ਹੁੰਦਾ ਉਹ ਅੱਗ ਦੀ ਜਾਂ ਕਿਸੇ ਚੀਜ਼ ਦੀ ਦੱਬ ਦੀ ਵਜ੍ਹਾ ਨਾਲ, ਜਾਂ ਸਿਰੋਂ ਕੋਈ ਕੱਚਾ ਲੈ ਕੇ ਪੀ ਲਿਆ ਤੇ ਫਿਰ ਉਹ ਮੈਟਲ ਉਹਦਾ ਜਿੰਨੀ ਦੇਰ ਤੱਕ ਪਿਘਲਾਓ, ਦਰਜਾ ਪਿਘਲਾਓ ਤੇ ਨਹੀਂ ਜਾਂਦਾ ਉਨੀ ਦੇਰ ਤੱਕ ਤੇ ਉਹਨੇ ਕੰਮ ਨਹੀਂ ਕਰਨਾ। ਇਹਦਾ ਦਰਜਾ ਪਿਘਲਾਓ ਜਿਹੜਾ ਉਹ ਕਲੀ ਦੇ ਬਰਾਬਰ ਹੈਗਾ। ਯਾਨੀ ਕਿ ਜਿਵੇਂ ਹੀ ਤੁਸੀਂ ਇੰਝ ਲਾ ਲਓ ਤੁਸੀਂ ਕਿ ਪਾਰਾ ਜਿਹੜਾ ਉਹ ਕੜਾਹੀ ਦੇ ਵਿੱਚ ਗਰਮ ਕਰਨਾ ਨਾ ਤੇ ਉੱਤੇ ਇਹਨੂੰ ਸੁੱਟ ਦਿਓਗੇ ਤੁਸੀਂ ਤੇ ਆਮ ਹਲੇ, ਯਾਨੀ ਉਨੀ ਕੀ ਹੀਟ ਇਹ ਖਾ ਕੇ ਪਿਘਲਣ ਦੀ ਸਲਾਹੀਅਤ ਰੱਖਦਾ। ਹੁਣ ਸਮਝ ਆਈ ਜੇ ਗੱਲ ਦੀ, ਮੈਟਲ ਕੱਢਣ ਦਾ ਮਤਲਬ ਹੈ। ਅਗਲੇ ਗੱਲ ਤੇ ਆਉਂਦੇ ਆ ਕਿ ਅਗਲਾ ਜਿਹੜਾ ਪਾਰਟ ਹੈ ਉਹਦਾ ਕੀ ਕਰਨਾ। ਉਹਦਾ ਇਹ ਵੇ, ਪਿੱਛੇ ਤੇ ਦਿੱਤੇ ਨੇ ਬੁਝਾ, 21 ਬੁਝਾ ਦਿੱਤੇ ਨੇ 7-8 ਗੁਲਾਬ ਦੇ ਅਰਕ ਦੇ ਵਿੱਚ, 21 ਬੁਝਾ ਦਿੱਤੇ ਨੇ ਕਲਮੀ ਸ਼ੋਰੇ ਦੇ ਵਿੱਚ। ਯਾਨੀ ਵਲੈਤੀ ਕਲਮੀ ਸ਼ੋਰਾ ਅੱਛੀ ਨਸਲ ਦਾ ਤਜ਼ਾਬ ਸ਼ੋਰਾ ਜਿਹੜਾ ਉਹਨੂੰ ਲੈ ਕੇ ਤੇ ਉਹਦੇ ਵਿੱਚ ਇਹਨਾਂ ਦੇ ਵਿੱਚ 21 ਬੁਝਾ ਜਿਹੜੇ ਨੇ ਉਹ ਦੇ ਦਿੱਤੇ। ਅਗਲਾ ਪ੍ਰੋਸੈਸ ਇਹਦਾ ਇਹ ਵੇ, ਮੈਂ ਲੈਣਾ ਸਿਕਲੋਮੇਟ ਆਖਦੇ ਨੇ ਇੰਗਲਿਸ਼ ਦੇ ਵਿੱਚ ਸਕਰੀਨ ਨੂੰ। ਸਕਰੀਨ ਲੈਣਾ ਜਿਹੜੀ ਪੱਤਰੀਦਾਰ ਹੁੰਦੀ ਹੈ, ਆਮ ਦੁਕਾਨਾਂ ਤੋਂ ਵੀ ਮਿਲ ਜਾਂਦੀ ਹੈ। ਸ਼ੂਗਰ ਵਾਲੇ ਹਜ਼ਰਾਤ ਜਿਹੜੇ ਨੇ ਉਹ ਇਹਨੂੰ ਇਸਤੇਮਾਲ ਕਰਦੇ ਨੇ, ਯਾਨੀ ਕਿ ਵੱਡੇ ਜਨਰਲ ਸਟੋਰ ਜਿਹੜੇ ਨੇ ਉਹਨਾਂ ਤੋਂ ਵੀ ਸਿਕਲੋਮੇਟ ਮਿਲ ਜਾਂਦੀ ਹੈ। ਦੂਸਰੇ ਲਫ਼ਜ਼ਾਂ 'ਚ ਤੁਸੀਂ ਇਹਨੂੰ ਸਕਰੀਨ ਕਹਿੰਦੇ ਹੋ, ਠੀਕ ਹੈ। ਉਹ ਮੈਂ ਲੈਣਾ, ਲੈ ਕੇ ਪੱਥਰੀ ਕੋਲਾ ਲੈਣਾ, ਤਕਰੀਬਨ ਕਮ ਅਜ਼ ਕਮ 5 ਕਿਲੋ ਇੱਟਾਂ ਜੋੜ ਕੇ, ਜਾਂ ਵੈਸੇ ਤੁਹਾਡੇ ਕੋਲ ਕੋਈ ਭੱਠੀ ਵਾਲਾ ਸਿਸਟਮ ਹੋਏ ਤਾਂ ਉਹਦੇ ਅੰਦਰ ਉਹ ਕੋਲਾ ਜਿਹੜਾ ਨਾ ਉਹਨੂੰ ਮੁੰਤਕਿਲ ਕਰਨਾ, ਦਰਮਿਆਨੇ ਟੁਕੜੇ ਕਰਕੇ ਤੇ ਉਹਨੂੰ ਮੁੰਤਕਿਲ ਕਰਨਾ। ਯਾਨੀ ਕਿ ਕਠਿਆਲੀ ਤੁਹਾਡੀ ਜਿਹੜੀ ਉਹਦੀ ਕੰਡ ਦੇ ਪਿੱਛੇ ਕਮੋ ਬੇਸ਼ 2 ਤੋਂ 2.5 ਕਿਲੋ ਕੋਲਾ ਜਿਹੜਾ ਨਾ ਉਹ ਲੱਗਾ ਹੋਏ। ਜਗ੍ਹਾ ਵੀ ਤੁਹਾਂ ਰੱਖਣੀ ਹੈ ਕਿਉਂਕਿ ਉੱਤੇ ਮੈਂ ਉਹਦੇ ਮਾਰਨਾ ਚੁਟਕੀਆਂ। ਉਸ ਤੋਂ ਬਾਅਦ ਦੇ ਵਿੱਚ ਨਾ ਉਹਨੂੰ ਮੈਂ ਪਾ ਦੇਣਾ ਕਾਗਜ਼ੀ ਕਠਿਆਲੀ ਲੈ ਕੇ ਮਿੱਟੀ ਦੀ, ਉਹਦੇ ਵਿੱਚ ਮੈਂ ਉਹਨੂੰ ਮੁੰਤਕਿਲ ਕਰ ਦੇਣਾ ਹੀਰੇ ਨੂੰ। 2 ਗ੍ਰਾਮ ਲੈ ਲਓ, 3 ਗ੍ਰਾਮ ਲੈ ਲਓ, ਇੰਨਾ ਕੀ ਰੱਖਣਾ ਚਾਹੀਦਾ। ਇਸ ਤੋਂ ਜ਼ਿਆਦਾ ਜਿਹੜਾ ਨਾ ਮੈਂ ਨਹੀਂ ਰੱਖਦਾ। 2-3 ਗ੍ਰਾਮ ਜਿਹੜਾ ਨਾ ਉਹ ਮੈਂ ਮੁੰਤਕਿਲ ਕਰਕੇ ਉੱਤੇ ਇਹਦੇ ਸਕਰੀਨ ਦੀਆਂ ਚੁਟਕੀਆਂ ਜਿਹੜੀਆਂ ਨੇ ਨਾ ਮਾਰਨੀਆਂ ਸ਼ੁਰੂ ਕਰ ਦੇਣ। ਉਹਨੂੰ ਲੱਗਦੀ ਅੱਗ, ਠੀਕ ਹੈ ਜੀ। ਉਹਨੂੰ ਜਿਸ ਵੇਲੇ ਅੱਗ ਲੱਗਦੀ ਹੈ ਨਾ, ਕੁਛ ਅੱਗ ਨਾਲ ਸੜ ਜਾਂਦੀ ਹੈ ਤੇ ਕੁਛ ਥੱਲੇ ਜਿਹੜੀ ਹੈ ਨਾ ਉਹ ਮੋਮ ਦੀ ਸ਼ਕਲ ਇਖਤਿਆਰ ਕਰਦੀ ਜਾਂਦੀ ਹੈ, ਹਵਾ ਵੀ ਲੈਂਦੀ ਹੈ ਤੇ ਇਹਨੂੰ ਉਹ ਤੋੜ ਫੋੜ ਜਿਹੜਾ ਨਾ ਉਹ ਵੀ ਕਰਨਾ ਸ਼ੁਰੂ ਕਰਦੀ ਹੈ। ਅੱਗ ਦੀ ਸੁੱਟ ਜਿਹੜੀ ਉਹ ਪੂਰੀ ਪਿੱਛੇ ਪ੍ਰੈਸ਼ਰ ਵੀ ਜਿਹੜਾ ਨਾ ਕਮੋ ਬੇਸ਼ 5 ਕਿਲੋ ਸਿਲੰਡਰ ਦੇ ਅੰਦਰ ਹੋਣਾ ਚਾਹੀਦਾ।
ਵੱਡਾ ਸਿਲੰਡਰ ਹੋਏ ਤਾਂ 5 ਕਿਲੋ, ਜੇ ਛੋਟੀ ਸਿਲੰਡਰ ਹੀ ਹੋਏ ਤਾਂ ਉਹਦੇ ਅੰਦਰ 3 ਕਿਲੋ ਵੀ ਪ੍ਰੈਸ਼ਰ ਜਿਹੜਾ ਨਾ ਉਹ ਠੀਕ ਹੈ। ਪ੍ਰੈਸ਼ਰ ਤੁਹਾਡਾ ਜਿਹੜਾ ਨਾ ਉਹ ਪ੍ਰੋਪਰ ਰਹਿਣਾ ਚਾਹੀਦਾ, ਇੱਕ ਜੈਸਾ। ਚੁਟਕੀਆਂ ਉਹਦੇ ਉੱਤੇ ਮਾਰੀ ਜਾਣੀਆਂ ਨੇ, ਅੱਗ ਚੱਲਦਿਆਂ ਰਹਿਣੀ ਹੈ। ਕਮੋ ਬੇਸ਼ 1.5 ਤੋਂ ਪੌਣੇ 2 ਘੰਟੇ ਦੇ ਅੰਦਰ ਅੰਦਰ ਉਹ ਹਵਾ ਲੈਣਾ ਸ਼ੁਰੂ ਕਰੇਗੀ, ਨਿੱਕੀ ਨਿੱਕੀ ਬੁਲਬੁਲੀ ਜਿਹੜੀ ਹੈ ਨਾ ਉਹ ਕੱਢਦੀ ਰਹੇਗੀ, ਕੱਢਦੀ ਰਹੇਗੀ, ਕੱਢਦੀ ਰਹੇਗੀ, ਹੱਤਾਂ ਕਿ ਇੱਕ ਐਸਾ ਟਾਈਮ ਆਏਗਾ ਕਿ ਉਹ ਬੁਲਬੁਲੀ ਦੇਣੀ ਬੰਦ ਕਰ ਦੇਗੀ। ਜਿਸ ਵੇਲੇ ਬੁਲਬੁਲੀ ਦੇਣੀ ਬੰਦ ਕਰ ਦੇ, ਬਿਲਕੁਲ ਖਾਮੋਸ਼ ਹੋ ਜਾਏ, ਜਿਵੇਂ ਸੁਹਾਗਾ ਪਿਘਲ ਕੇ ਖਾਮੋਸ਼ ਹੋ ਜਾਂਦਾ, ਸਮਝ ਜਾਇਓ ਕਿ ਹੀਰਾ ਜਿਹੜਾ ਉਹ ਥੱਲੇ ਚੱਕਰ ਖਾ ਗਿਆ। ਉਹਦੇ ਦਾਣੇ ਜਿੱਥੇ ਜਿੱਥੇ ਫਸੇ ਹੋਣਗੇ ਉੱਥੇ ਉੱਥੇ ਉਹ ਸਮਝ ਲਓ ਕਿ ਚੱਕਰ ਖਾ ਗਿਆ। ਹੁਣ ਇਹਨੂੰ ਸਾਫ਼ ਕਿਵੇਂ ਕਰਨਾ? ਸਾਫ਼ ਇਹਨੂੰ ਇਸ ਤਰੀਕੇ ਨਾਲ ਕਰਨਾ, ਸਿਕਲੋਮੇਟ ਮਾਰੀ ਹੈ, ਇਸ ਤੋਂ ਇਲਾਵਾ ਹੋਰ ਤਾਂ ਚੀਜ਼ ਉਹਦੇ 'ਤੇ ਕੋਈ ਨਹੀਂ ਮਾਰੀ। ਇਹਨੂੰ ਤੁਸੀਂ ਕਠਿਆਲੀ ਨੂੰ ਲਵੋ, ਲੈ ਕੇ ਉਹਨੂੰ ਪਾਓ ਸਾਦੇ ਪਾਣੀ ਦੇ ਵਿੱਚ, ਸਾਦੇ ਪਾਣੀ 'ਚ ਪਾ ਕੇ ਇੱਕ ਵਾਰੀ ਉਹਨੂੰ ਦਿਓ ਉਬਾਲਾ ਦੇ ਕੇ ਉਹਨੂੰ ਰੱਖ ਦਿਓ। ਇਹਨੂੰ 12 ਘੰਟੇ ਪਿਆ ਰਹਿਣ। 12 ਘੰਟਿਆਂ ਦੇ ਵਿੱਚ ਵਿੱਚ ਨਾ ਤੁਹਾਡੀ ਸਿਕਲੋਮੇਟ ਜਿੰਨੀ ਵੀ ਹੋਈ ਨਾ ਉਹ ਫੁੱਲ ਜਾਏ। ਜਿਸ ਵੇਲੇ ਉਹ ਫੁੱਲ ਜਾਏ ਉਹਨੂੰ ਕੜਾਹੀ ਵਿੱਚ ਪਾ ਲਓ, ਸਾਫ਼ ਸੁਥਰੀ ਕੜਾਹੀ ਦੇ ਵਿੱਚ ਆਸਤਾ ਆਸਤਾ ਹੱਥਾਂ ਨਾਲ ਮਲ ਕੇ ਅਤੇ ਉਹਨੂੰ ਧੋਂਦੇ ਜਾਓ, ਨਿਆਰਦੇ ਜਾਓ। ਈਵਨ ਕਿ ਕੁਛ ਹੀਰਾ ਜਿਹੜਾ ਉਹ ਤੁਹਾਨੂੰ ਕੁਸ਼ਤਾ ਟੈਪ ਵੀ ਮਿਲੇਗਾ ਕਿ ਮਸਲਨ ਉਹ ਪਹਿਲਾਂ ਹੋ ਗਿਆ ਸੀ, ਮੈਟਲ ਪਹਿਲਾਂ ਬਣ ਗਿਆ ਬਰਨਲ ਦੀ ਫੰਡ ਦੀ ਵਜ੍ਹਾ ਨਾਲ, ਅਤੇ ਫਿਰ ਉਹ ਕੁਸ਼ਤੇ ਵਾਲੇ ਪਾਸੇ ਚਲਾ ਜਾ, ਉਹ ਪਾਊਡਰ ਸ਼ਕਲ 'ਚ ਮਿਲੇਗਾ, ਲੇਕਿਨ ਉਹ ਵੀ ਤੁਹਾਨੂੰ ਥੱਲੇ ਮਿਲ ਜਾਏਗਾ। ਬਾਜ਼ ਹੈ ਸਿਕਲੋਮੇਟ ਜਿੰਨੀ ਵੀ ਹੋਈ ਉਹ ਰੇਸ਼ਿਆਂ ਦੀ ਸ਼ਕਲ ਵਿੱਚ ਰੁੜ ਕੇ ਬਾਹਰ ਨਿਕਲ ਜਾਏ ਅਤੇ ਮੈਟਲ ਤੁਹਾਡੇ ਹੱਥ ਆ। ਇਸ ਨੂੰ ਹੁਣ ਤੁਸੀਂ ਜਨਾਬ ਕਠਿਆਲੀ ਵਿੱਚ ਪਾਓ, ਮੱਠਾ ਜਿਹਾ ਬਰਨਲ ਮਾਰ ਕੇ ਇਹਨੂੰ ਹਿਲਾ ਹਲੂ ਕੇ ਅਤੇ ਆਪਣਾ ਇੱਕ ਦਾਣਾ ਵੀ ਬਣਾ ਸਕਦੇ ਹੋ। ਅਗਰ ਦਾਣਿਆਂ ਦੀ ਸ਼ਕਲ ਵਿੱਚ ਹੀ ਰਹਿਣ ਦੇਣਾ ਤਾਂ ਦਾਣਿਆਂ ਦੀ ਸ਼ਕਲ 'ਚ ਹੀ ਰਹਿਣ ਦਿਓ। ਮੇਰੇ ਕੋਲ ਦਾਣਿਆਂ ਦੀ ਸ਼ਕਲ ਵਿੱਚ ਹੀ ਪਿਆ, ਜ਼ਰੂਰਤ ਦੇ ਮੁਤਾਬਕ ਮੈਂ ਇਸਤੇਮਾਲ ਕਰ ਲੈਂਦਾ ਵਾਂ। ਇਹ ਮੈਂ ਮਿਹਨਤ ਕਰਕੇ ਕੱਢਿਆ ਸੀ, ਭਰਾਵਾਂ ਦੀ ਨਜ਼ਰ ਕਰ ਦਿੱਤਾ। ਇਹਦਾ ਕੁਸ਼ਤਾ ਖਾਣ ਵਾਸਤੇ ਤੁਸੀਂ ਕਰ ਸਕਦੇ ਹੋ, ਜਿਹੜੇ ਮਰਜ਼ੀ ਮਾਲ ਵਿੱਚ ਤੁਸੀਂ ਲੈ ਜਾਓ, ਲਾਜਵਾਬ ਹੁੰਦਾ। ਹੀਰੇ ਦਾ ਸਾਨੀ ਕੋਈ ਨਹੀਂ ਹੈ। ਦਵਾਈਆਂ ਦੇ ਮਾਮਲੇ ਵਿੱਚ ਆਣ ਕੇ ਹੀਰੇ ਦਾ ਕੋਈ ਸਾਨੀ ਨਹੀਂ ਹੈ। ਨਸੂਰ ਬਿਮਾਰੀਆਂ ਇਹਦੇ ਨਾਲ ਇੰਝ ਉੱਡ ਜਾਂਦੀਆਂ ਨੇ ਜਿਵੇਂ ਫਸਲ ਦੇ ਉੱਤੋਂ ਤਰੇਲ ਉੱਡ ਜਾਂਦੀ ਸੂਰਜ ਦੀਆਂ ਕਿਰਨਾਂ ਨੂੰ। ਮੇਰੇ ਵੱਲੋਂ ਅੱਜ ਦੀ ਤਰੀਕ ਵਿੱਚ ਇੰਨਾ ਹੀ ਹੈ, ਅਤੇ ਦੁਆਵਾਂ ਵਿੱਚ ਯਾਦ ਰੱਖਿਓ। ਫਿਰ ਇਨਸ਼ਾਅੱਲਾ ਵਕਤ ਗੁਜ਼ਰਨ ਦੇ ਨਾਲ ਨਾਲ ਜੋ ਵੀ ਆਪਣੇ ਕੋਲ ਤਜਰਬਾ ਹੋਇਆ ਇਨਸ਼ਾਅੱਲਾ ਭਰਾਵਾਂ ਦੀ ਨਜ਼ਰ ਕਰਾਂਗੇ। ਠੀਕ ਹੈ, ਅੱਲਾ ਹਾਫਿਜ਼।